ਵਾਹਿਗੁਰੂ ਸਾਹਿਬ ਜੀ। ਤੂੰ ਸੁਲਤਾਨ ਕਹਾਂ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, मैं मूर्ख कहन न जाई। जो तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान न कीजै। जो तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान न कीजै। ना हम हिंदू ना मुसलमान, अल्लाह राम कै पिंड पराना। परम ਸਨਮਾਨਯੋਗ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਹਨਾਂ ਦਾ ਆਗਮਨ ਇਸ ਧਰਤੀ 'ਤੇ ਹੁੰਦਾ ਹੈ, ਸਤਿਗੁਰੂ ਜੀ ਅਸਲ ਵਿੱਚ ਪੈਦਾ ਹੀ ਲੋਕਾਂ ਦੇ ਦੁੱਖਾਂ ਅਤੇ ਦਰਦਾਂ ਨੂੰ ਵੰਡਾਉਣ ਵਾਸਤੇ ਹੋਏ। ਇਸ ਲੁਕਾਈ ਨੂੰ ਸੇਧ ਦੇਣ ਵਾਸਤੇ ਹੋਏ। ਇੱਕ ਨਵੇਂ ਰਸਤੇ, ਇੱਕ ਨਵਾਂ ਢਾਂਚਾ ਖੜ੍ਹਾ ਕਰਨ ਵਾਸਤੇ ਹੋਏ, ਤਾਂ ਕਿ ਇੱਕ ਇੱਦਾਂ ਦਾ ਸਟਰਕਚਰ, ਇੱਦਾਂ ਦਾ ਢਾਂਚਾ ਖੜ੍ਹਾ ਹੋਵੇ ਜਿੱਥੇ ਪਰਜਾ ਸੁਖੀ ਹੋਵੇ, ਪਰਜਾ ਨੂੰ ਦੁੱਖ ਨਾ ਹੋਵੇ ਕੋਈ। ਇੱਕ ਇੱਦਾਂ ਦਾ ਸਟਰਕਚਰ ਇਸ ਧਰਤੀ ਉੱਪਰ ਖੜ੍ਹਾ ਹੋਵੇ, ਕਿਉਂਕਿ ਸਮਾਜ ਫਿਰਕਿਆਂ ਜਾਤਾਂ ਵਿੱਚ ਵੰਡਿਆ ਹੋਇਆ ਸੀ, ਧਰਮਾਂ ਵਿੱਚ ਵੰਡਿਆ ਹੋਇਆ ਸੀ। ਉਹ ਪਾੜਾ ਬਹੁਤ ਵੱਡਾ ਸੀ। ਧਰਮੀ ਲੋਕ ਜਿੱਥੇ ਪਰਜਾ ਨੂੰ ਗੁੰਮਰਾਹ ਕਰਦੇ ਸੀ, ਉੱਥੇ ਰਾਜਿਆਂ ਨੂੰ ਵੀ ਗੁੰਮਰਾਹ ਕਰਦੇ ਸੀ। ਹਾਲਾਤ ਬਹੁਤ ਮਾੜੇ ਸਨ। ਇਹੋ ਜਿਹੇ ਹਾਲਾਤਾਂ ਵਿੱਚ ਬਾਬਾ ਨਾਨਕ ਜੀ ਚਾਹੁੰਦੇ ਸਨ ਵੀ ਇਸ ਧਰਤੀ 'ਤੇ ਜੋ ਇਨਸਾਨ ਪੈਦਾ ਹੋਇਆ ਉਹ ਅੱਲਾ ਦਾ ਰੂਪ ਹੈ, ਉਹ ਵਾਹਿਗੁਰੂ ਦਾ ਰੂਪ ਹੈ, ਕਿਉਂਕਿ ਘਟ ਘਟ ਮੈਂ ਹਰ ਜੂ ਵਸੈ। ਸਤਿਗੁਰੂ ਜੀ ਹਰ ਇੱਕ ਪ੍ਰਾਣੀ ਵਿੱਚ ਰੱਬ ਨੂੰ ਵੇਖਦੇ ਸਨ। ਉਹਨਾਂ ਦਾ ਖਿਆਲ ਸੀ ਵੀ ਧਰਤੀ ਉੱਪਰ ਜੋ ਇਨਸਾਨ ਪੈਦਾ ਹੋਇਆ ਉਹਦੇ ਆਪਣੇ ਚਾਅ ਨੇ, ਉਹਦੀ ਆਪਣੀ ਜ਼ਿੰਦਗੀ ਹੈ। ਉਹਨੂੰ ਆਪਣੇ ਚਾਅ ਅਤੇ ਆਪਣੀ ਜ਼ਿੰਦਗੀ ਹੈ ਜਿਹੜੀ, ਉਹ ਨਿਵੇਕਲੇ ਢੰਗ ਨਾਲ ਜਿਉਣ ਦਾ ਅਧਿਕਾਰ ਹੋਵੇ।
ਜਿਸ ਤਰ੍ਹਾਂ ਮਨੁੱਖ ਆਪਣੇ ਜੀਵਨ ਦੇ ਲਈ, ਆਪਣੇ ਆਪ ਦੇ ਲਈ ਕੁਝ ਅਸੂਲ ਬਣਾਉਂਦਾ ਹੈ, ਉਹ ਅਸੂਲਾਂ ਨਾਲ ਆਪਣਾ ਜੀਵਨ ਜਿਉਂਦਾ ਹੈ। ਉੱਦਾਂ ਹੀ ਗੁਰੂ ਜੀ ਕਹਿੰਦੇ ਸਨ ਵੀ ਇਹ ਜਿਹੜੀ ਸ੍ਰਿਸ਼ਟੀ ਹੈ, ਜਿੱਥੇ ਇਸ ਧਰਤੀ 'ਤੇ ਲੋਕ ਰਹਿੰਦੇ ਨੇ, ਉਹਦਾ ਸਟਰਕਚਰ ਵੀ ਇੱਦਾਂ ਦਾ ਹੋਵੇ ਜਿੱਥੇ ਬੰਦਾ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇ। ਉੱਥੇ ਕੁਝ ਅਸੂਲ ਹੋਣ, ਉੱਥੇ ਕੁਝ ਕਾਇਦਾ ਕਾਨੂੰਨ ਹੋਣ, ਉਹ ਇਸ ਤਰ੍ਹਾਂ ਦੇ ਹੋਣ ਜਿਹਦੇ ਵਿੱਚੋਂ ਧਰਮ ਦੀ ਬੋ ਨਾ ਆਵੇ, ਜਿਹਦੇ ਵਿੱਚੋਂ ਜਾਤਾਂ ਪਾਤਾਂ ਦੀ ਬੋ ਨਾ ਆਵੇ, ਜਿੱਥੋਂ ਹੰਕਾਰ ਨਾ ਝਲਕੇ, ਜਿੱਥੋਂ ਪਿਆਰ ਝਲਕੇ, ਜਿੱਥੋਂ ਸਤਿਕਾਰ ਝਲਕੇ, ਤਾਂ ਕਿ ਹਰ ਇੱਕ ਵਿਅਕਤੀ ਅਮੀਰ ਘਰ ਵਿੱਚ ਪੈਦਾ ਹੋਇਆ, ਗਰੀਬ ਘਰ ਵਿੱਚ ਪੈਦਾ ਹੋਇਆ, ਕਿਤੇ ਪੈਦਾ ਹੋਇਆ, ਉਹ ਇਸ ਧਰਤੀ 'ਤੇ ਮਾਣ ਨਾਲ ਜੀਵੇ। ਬਸ ਆ ਸੁਨੇਹਾ ਬਾਬਾ ਨਾਨਕ ਜੀ ਲੈ ਕੇ ਨਿਕਲਦੇ ਨੇ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇਹ ਸੁਨੇਹਾ ਦੇਣ ਨਿਕਲਦੇ ਆ, ਧਰਤੀ ਦੇ ਕੋਨੇ-ਕੋਨੇ ਵਿੱਚ ਜਾਂਦੇ ਆ। ਚੜ੍ਹਿਆ ਸੋਧਣ ਧਰਤ ਲੁਕਾਈ, ਇਸ ਧਰਤੀ ਨੂੰ ਅਤੇ ਲੁਕਾਈ ਨੂੰ, ਉੱਥੇ ਰਹਿਣ ਵਾਲੇ ਲੋਕਾਂ ਨੂੰ ਸੋਧਣ ਵਾਸਤੇ, ਕਿਉਂਕਿ ਲੋਕ ਸੋਧਣਾ ਅਤੇ ਧਰਤੀ ਸੁਧਰ ਜਾਂਦੀ ਹੈ। ਬਾਬਾ ਨਾਨਕ ਜੀ ਇੱਕ ਐਸਾ ਸੁਨੇਹਾ ਲੈ ਕੇ ਤੁਰੇ ਲੋਕਾਂ ਦੇ ਲਈ। ਇਸੇ ਕਰਕੇ ਤੇ ਜਿੱਥੇ ਜਾਂਦੇ ਸਨ, ਉੱਥੋਂ ਦੇ ਰਾਜੇ ਬਾਬੇ ਨਾਨਕ ਦੀ ਪ੍ਰਚਾਰ ਦੀ ਸ਼ੈਲੀ, ਗੱਲ ਕਰਨ ਦਾ ਢੰਗ ਅਤੇ ਉਹ ਮਿੱਠੇ ਅਤੇ ਪਿਆਰੇ ਰੱਬੀ ਬੋਲਾਂ ਦੇ ਕਾਇਲ ਹੋ ਜਾਂਦੇ ਸਨ। ਇੰਝ ਲੱਗਦਾ ਸੀ ਜਿਵੇਂ ਰੱਬੀ ਨੂਰ ਵਰਸਦਾ ਹੋਵੇ। ਇੱਦਾਂ ਦੇ ਬੋਲ ਸਾਡੇ ਬਾਬੇ ਦੇ ਮਿੱਠੇ ਪਰ ਕ੍ਰਾਂਤੀਕਾਰੀ ਬਹੁਤ ਸਨ। ਅੰਦਰ ਇੱਕ ਕ੍ਰਾਂਤੀ ਪੈਦਾ ਕਰਦੇ, ਅੰਦਰ ਇੱਕ ਲਹਿਰ ਪੈਦਾ ਕਰਦੇ ਸਨ। ਉਹ ਇਸ ਧਰਤੀ ਨੂੰ, ਇਸ ਲੁਕਾਈ ਨੂੰ ਇੱਕ ਬੜਾ ਪਿਆਰਾ ਸੁਨੇਹਾ ਦੇਣ ਲਈ ਨਿਕਲੇ ਸਨ। ਇਸੇ ਕਰਕੇ ਜ਼ਮੀਨਾਂ ਨੌ ਕਰਾ ਦਿੰਦੇ ਸਨ ਬਾਬੇ ਦੇ, ਵੀ ਇਹ ਬਾਬਾ ਇੱਥੇ ਹੀ ਰਹੇ, ਹੋਰ ਕਿਤੇ ਨਾ ਜਾਵੇ। ਜਿੱਥੇ ਜਿੱਥੇ ਸਤਿਗੁਰੂ ਜੀ ਗਏ, ਉੱਥੇ ਅਸਥਾਨ ਬਣੇ ਬਾਬਾ ਨਾਨਕ ਜੀ ਦੇ ਨਾਮ ਦੇ ਉੱਪਰ। ਜ਼ਮੀਨਾਂ ਰਾਜਿਆਂ ਨੇ ਨਾਮ ਕਰਾ ਦਿੱਤੀਆਂ। ਇਹ ਐਡੀ ਵੱਡੀ ਗੱਲ ਕਿਵੇਂ ਹੋ ਗਈ? ਇਹ ਉਪਦੇਸ਼ ਬੜਾ ਵੱਡਾ ਸਾਂਝੀਵਾਲਤਾ ਦਾ ਸੀ। ਜਿਹਦੇ ਰਾਜੇ ਦੇ ਸਮਝ ਵਿੱਚ ਪੈਂਦਾ ਸੀ, ਉਹ ਬਾਬੇ ਦਾ ਕਾਇਲ ਹੋ ਜਾਂਦਾ ਸੀ, ਪ੍ਰਜਾ ਸੁਖੀ ਹੋ ਜਾਂਦੀ ਸੀ। ਜਿਵੇਂ ਰਾਜਾ ਬਨਾਰਸ ਦੀ ਧਰਤੀ 'ਤੇ ਰਾਜਾ ਹਰਨਾਥ ਮਿਲਿਆ ਸੀ, ਬਾਬੇ ਦੇ ਵਚਨ ਸੁਣੇ ਅਤੇ ਰਾਜ ਭਾਗ ਛੱਡਣ ਲਈ ਤਿਆਰ ਹੋ ਗਿਆ। ਬਾਬਾ ਕਹਿੰਦਾ ਨਹੀਂ, ਇਹ ਛੱਡਣਾ ਨਹੀਂ, ਇਹਦੇ ਵਿੱਚ ਰਹਿ ਕੇ ਤਿਆਗੀ ਬਣ ਅਤੇ ਪ੍ਰਜਾ ਨੂੰ ਸੁੱਖ ਦੇ। ਤਿਆਗਣਾ ਥੋੜ੍ਹਾ, ਤੂੰ ਤਿਆਗ ਦੇਗਾ ਕੋਈ ਹੋਰ ਆ ਜਾਏਗਾ, ਪ੍ਰਜਾ ਤਾਂ ਫਿਰ ਦੁਖੀ ਹੋਏਗੀ। ਨਹੀਂ, ਘਰ ਨਹੀਂ ਤਿਆਗਣਾ, ਰਾਜ ਨਹੀਂ ਤਿਆਗਣਾ। ਰਾਜ ਕਰ, ਪਰ ਤੇਰੇ ਰਾਜ ਵਿੱਚੋਂ ਹਉਮੈ ਦੀ, ਹੰਕਾਰ ਦੀ, ਜਾਤ ਪਾਤ ਦੀ, ਵੱਡੇਪਣ ਦੀ ਬੋ ਨਾ ਆਵੇ। ਪ੍ਰਜਾ ਦਾ ਸੇਵਕ ਬਣ ਕੇ ਕਰ। ਬੜਾ ਉਪਦੇਸ਼ ਦਿੱਤਾ। ਇਸੇ ਕਰਕੇ ਭਗਤ ਕਬੀਰ ਜੀ ਵਰਗੇ, ਭਗਤ ਰਵਿਦਾਸ ਜੀ ਵਰਗੇ, ਭਗਤ ਧੰਨਾ ਜੀ ਵਰਗੇ ਉਹ ਰੱਬੀ ਰੂਹਾਂ ਨਾਲ ਮਿਲਾਪ ਹੋਏ। ਜਦੋਂ ਭਗਤ ਧੰਨਾ ਜੀ ਨੂੰ ਮਿਲੇ ਸਨ, ਭਗਤ ਧੰਨਾ ਜੀ ਦੀ 92 ਸਾਲ ਦੀ ਉਮਰ ਸੀ। ਭਗਤ ਰਵਿਦਾਸ ਜੀ ਨੀਵੀਂ ਜਾਤ ਜੀ ਨੂੰ ਕਿਹਾ ਜਾਂਦਾ ਸੀ। ਭਗਤ ਕਬੀਰ ਜੀ ਕਿੰਨਿਆਂ ਭਗਤਾਂ ਨੂੰ ਮਿਲੇ, ਉਹਨਾਂ ਦੇ ਮਿੱਠੇ ਬੋਲ ਉਹ ਲਿਆ ਕੇ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਸ਼ੋਭਿਤ ਕਰ ਦਿੱਤੇ, ਜਿਹੜੇ ਇੱਕ ਬਹੁਤ ਵੱਡੇ ਪਿਆਰ ਦਾ ਸੁਨੇਹਾ ਦਿੰਦੇ ਨੇ।
ਜਿਹੜੇ ਸਮੁੱਚੀ ਇੱਕ ਕਾਇਨਾਤ ਨੂੰ ਗਲਵਕੜੀ ਵਿੱਚ ਲੈਂਦੇ ਨੇ। ਪਰ ਦੁੱਖ ਹੁੰਦਾ ਹੈ, ਸਾਡੇ ਬਾਪੂ ਦੀ ਐਡੀ ਘਾਲਣਾ ਸੀ, ਅਸੀਂ ਪੌੜੀ ਦਾ ਪਹਿਲਾ ਡੰਡਾ ਵੀ ਨਹੀਂ ਚੜ੍ਹ ਸਕੇ। ਇਹ ਸੁਨੇਹਾ ਸਾਡਾ ਪਹੁੰਚ ਨਾ ਸਕਿਆ। ਇਸੇ ਕਰਕੇ ਅੱਜ ਇਹ ਹਾਲਾਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਬੜੇ ਛੋਟੇ ਹਿੱਸੇ ਵਿੱਚ ਅਸੀਂ ਇਕੱਠੇ ਹੋ ਗਏ ਸਾਡੇ ਬਾਪੂ ਦਾ ਸਿਧਾਂਤ ਲੈ ਕੇ। ਦੂਸਰਾ ਤੇ ਸਾਨੂੰ ਅੱਜ ਔਰੰਗਜ਼ੇਬ ਦੀ ਤਰ੍ਹਾਂ ਕਾਫਰ ਲੱਗਦਾ ਹੈ। ਸਾਡੇ ਬਾਪੂ ਦਾ ਸੁਨੇਹਾ ਬਹੁਤ ਵੱਡਾ ਸੀ, ਅਸੀਂ ਇਹਨੂੰ ਛੋਟਾ ਕਰ ਲਿਆ। ਅੱਜ ਸਾਨੂੰ ਅੱਤਵਾਦੀ, ਅੱਜ ਸਾਨੂੰ ਵੱਖਵਾਦੀ, ਕਿੰਨੀਆਂ ਮੁਸੀਬਤਾਂ ਇਸ ਪੰਜਾਬ ਦੀ ਧਰਤੀ ਉੱਪਰ ਵਸਣ ਵਾਲਿਆਂ ਨੂੰ ਸਹਿਣੀਆਂ ਪੈਂਦੀਆਂ ਨੇ। ਇਹ ਸਾਰਾ ਕੁਝ ਨਿਬੇੜਨ ਵਾਸਤੇ ਸਾਡੇ ਬਾਪੂ ਨੇ ਸਾਨੂੰ ਐਡਾ ਵੱਡਾ ਸਿਧਾਂਤ ਦਿੱਤਾ ਸੀ। ਅੱਜ ਦੇ ਹਾਲਾਤ ਜੇ ਆਪਾਂ ਦੇਖੀਏ, ਜਿੱਥੋਂ ਕ੍ਰਾਂਤੀਕਾਰੀ ਬੋਲ ਉੱਠੇ ਬਾਬੇ ਨਾਨਕ ਦੇ, ਜਿੱਥੋਂ ਬਾਬੇ ਨਾਨਕ ਨੇ ਖੇਤੀ ਦਾ ਸੁਨੇਹਾ ਦਿੱਤਾ, ਅੱਜ ਉਸੇ ਧਰਤੀ ਤੋਂ ਇੱਕ ਬਹੁਤ ਵੱਡੀ ਹੰਕਾਰ ਦੀ ਪੰਡ ਚੁੱਕੀ ਖੜੀ ਸੈਂਟਰ ਦੀ ਸਰਕਾਰ ਦੇ ਨਾਲ ਫਿਰ ਮੱਥਾ ਲਾਉਣਾ ਪੈ ਗਿਆ। ਇੱਕ ਪਾਸੇ ਬਹੁਤ ਵੱਡੀ ਹੰਕਾਰ ਦੀ ਪੰਡ ਹੈ, ਦੂਜੇ ਪਾਸੇ ਬਾਬੇ ਨਾਨਕ ਦੀ ਸੋਚ ਹੈ। ਅੱਜ ਫੇਰ ਬਹੁਤ ਵੱਡਾ ਜਿਹੜਾ ਉਹ ਤਣਾਅ ਜਿਹੜਾ ਪੈਦਾ ਹੋਇਆ ਹੰਕਾਰ ਦਾ ਤੇ ਬਾਬੇ ਨਾਨਕ ਦੀ ਮਿੱਠੀ ਸੋਚ ਦਾ। ਭਾਵੇਂ ਮੋਦੀ ਨੇ ਯਾਦ ਕੀਤਾ ਬਾਬੇ ਨਾਨਕ ਨੂੰ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ, ਯਾਦ ਕੀਤਾ ਪਰ ਅੰਦਰੋਂ ਨਹੀਂ ਕੀਤਾ ਹਜੇ। ਜੇ ਅੰਦਰੋਂ ਕੀਤਾ ਹੁੰਦਾ ਆ ਠੰਡੀਆਂ ਰਾਤਾਂ ਉੱਥੇ ਨਾ ਕਟਾਉਂਦਾ। ਹਜੇ ਬਾਬੇ ਨਾਨਕ ਦਾ ਸੁਨੇਹਾ ਉੱਪਰੋਂ ਯਾਦ ਆਇਆ, ਅੰਦਰੋਂ ਨਹੀਂ ਆਇਆ। ਜੇ ਆਇਆ ਹੁੰਦਾ, ਅੱਜ ਧੁੰਦ ਪਈ ਹੈ, ਕੱਲ੍ਹ ਮੀਂਹ ਵੀ ਪਿਆ, ਇਹ ਠੰਡੀਆਂ ਰਾਤਾਂ ਉੱਥੇ ਨਾ ਕਟਾਉਂਦਾ, ਉੱਠ ਕੇ ਵਿੱਚ ਆ ਜਾਂਦਾ। ਫਿਰ ਮੰਨ ਲੈਂਦੇ ਬਾਬੇ ਨਾਨਕ ਦਾ ਪੈਰੋਕਾਰ ਬਣ ਗਿਆ। ਪਰ ਨਹੀਂ, ਅਜੇ ਤੇ ਅੰਦਰ ਹੰਕਾਰ ਝਲਕਦਾ, ਅਜੇ ਤੇ ਬੜਾ ਕੁਝ ਅੰਦਰ ਝਲਕਦਾ। ਬਾਬੇ ਨਾਨਕ ਦਾ ਸੁਨੇਹਾ ਹੀ ਤੇ ਬੜਾ ਮਿੱਠਾ ਸੀ। ਇਹ ਤੇ ਉਹ ਸੁਨੇਹਾ ਸੀ ਜਿਹੜਾ ਹਉਮੈ ਤੇ ਹੰਕਾਰ ਨੂੰ ਸਿੱਟ ਦਿੰਦਾ ਸੀ। ਪਰ ਜੇ ਰਹੀ ਬੁੱਲਾਂ ਤੱਕ ਜਾਵੇ, ਬੰਦਾ ਕਰੇ ਕੀ, ਕਿੱਧਰ ਨੂੰ ਜਾਵੇ। ਇਸ ਲਈ ਸਾਨੂੰ ਸਾਡੇ ਬਾਬੇ ਨੇ ਜਦੋਂ ਆਵਾਜ਼ ਮਾਰੀ, ਇਹ ਕਹਿ ਕੇ ਮਾਰੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਐ ਰੱਬ ਦੇ ਬੰਦੇ, ਜੇ ਤੇਰੇ ਅੰਦਰ ਚਾਓ ਹੈ, ਜੇ ਤੂੰ ਚਾਹੁੰਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਤੂੰ ਅੱਲਾ ਨੂੰ, ਵਾਹਿਗੁਰੂ ਨੂੰ, ਰਾਮ ਨੂੰ ਪਿਆਰ ਕਰਨਾ ਚਾਹੁੰਦਾ, ਸਿਰ ਧਰ ਤਲੀ ਗਲੀ ਮੇਰੀ ਆ, ਹਉਮੈ ਤੇ ਹੰਕਾਰ ਲਾ ਕੇ ਆਈ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸ ਮਾਰਗ ਦਾ ਜੇ ਪਾਂਧੀ ਹੋਣਾ ਹੈ, ਸਿਰ ਲਾ ਕੇ ਆਈ, ਹੰਕਾਰ ਲਾ ਕੇ ਆਈ। ਝਿਜਕਣਾ ਨਹੀਂ ਹੰਕਾਰ ਲਾਉਣ ਲੱਗਿਆ। ਇਹ ਨਹੀਂ ਵੀ ਮੇਰੀ ਹੱਦ ਹੋ ਜਾਏਗੀ, ਨਾ, ਇਹਨੂੰ ਦੂਜੇ ਲੋਟ ਹਾਲਾਤਾਂ ਦੇ ਮੁਤਾਬਕ ਜਦੋਂ ਅਰਥ ਕਰਦੇ ਨੇ, ਸਮੇਂ ਦੇ ਮੁਤਾਬਕ ਜਦੋਂ ਇਹਦੇ ਅਰਥ ਹੁੰਦੇ ਨੇ, ਉਦੋਂ ਇਹਦੇ ਅਰਥ ਸ਼ਹਾਦਤ ਵਾਲੇ ਬਣ ਜਾਂਦੇ ਆ। ਜੋ ਤੋ ਪ੍ਰੇਮ ਖੇਲਣ ਕਾ ਚਾਓ। ਫਿਰ ਚਾਅ ਨਾਲ ਸ਼ਹਾਦਤਾਂ ਵੀ ਦਿੱਲੀ ਦੀ ਧਰਤੀ 'ਤੇ ਹੋਈਆਂ ਨੇ।
ਉਹ ਬਾਬੇ ਨਾਨਕ ਦਾ ਸੁਨੇਹਾ ਦਿੱਲੀ ਦੀ ਧਰਤੀ 'ਤੇ ਦੋਏ ਰੂਪਾਂ ਵਿੱਚ ਵਰਤਿਆ। ਜਿੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਸ ਸਮੇਂ ਦੁਖੀ ਲੋਕਾਂ ਦੀ ਬਿਮਾਰੀ ਪਈ ਹੋਈ ਸੀ, ਸੇਵਾ ਕਰਦਿਆਂ ਕਰਦਿਆਂ ਆਪਣਾ ਆਪਾ ਉੱਥੇ ਵਾਰ ਗਏ ਦਿੱਲੀ ਦੀ ਧਰਤੀ 'ਤੇ। 9ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਉੱਥੇ 9ਵੇਂ ਪਾਤਸ਼ਾਹ ਸੁਨੇਹਾ ਲੈ ਕੇ ਗਏ ਨੇ, ਜੋ ਤਾ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਆਹ ਸੁਨੇਹਾ ਵੀ ਉਸੇ ਦਿੱਲੀ ਦੀ ਧਰਤੀ ਤੋਂ ਦਿੱਤਾ। ਹੁਣ ਕੋਈ ਸਮਝੇ ਨਾ ਸਮਝੇ, ਉਹਨੂੰ ਕੀ ਕਰੀਏ। ਜਿੱਥੇ ਪਿਆਰ ਦਾ ਸੁਨੇਹਾ ਹੈ ਉੱਥੇ ਸ਼ਹਾਦਤ। ਉੱਥੇ ਸ਼ੀਸ਼ ਤਲੀ ਉੱਤੇ ਧਰ ਕੇ ਦਿਖਾਇਆ, ਉੱਥੇ ਆਰੇ ਚੱਲਦੇ ਦਿਖਾਏ। ਉੱਥੇ ਦੇਗ ਵਿੱਚ ਉਬਲਦੇ ਦਿਖਾਏ, ਸ਼ਾਂਤ ਬੈਠੇ। ਉੱਥੇ ਸ਼ਹਾਦਤਾਂ ਪ੍ਰਵਾਨ ਨੇ, ਉੱਥੇ ਜ਼ੁਲਮ ਪ੍ਰਵਾਨ ਨਹੀਂ। ਇਹ ਸਾਡੇ ਬਾਪੂ ਦਾ ਸੁਨੇਹਾ ਸੀ, ਇਹ ਬਾਬੇ ਨਾਨਕ ਦਾ ਸੁਨੇਹਾ ਸੀ। ਕਿਉਂਕਿ ਸਾਡਾ ਬਾਬਾ ਨਾਨਕ, ਧੰਨ ਗੁਰੂ ਨਾਨਕ ਮਹਾਰਾਜ ਜਦ ਦੁਨੀਆ ਨੂੰ ਸੋਧਣ ਵਾਸਤੇ ਨਿਕਲੇ ਨੇ, ਡਰੇ ਨਹੀਂ ਕਿਸੇ ਤੋਂ। ਜੇ ਕਿਤੇ ਬਾਬਰ ਆ ਗਿਆ ਨਾ, ਉਹਨੂੰ ਵੀ ਠੋਕ ਕੇ ਕਿਹਾ ਤੂੰ ਜਾਬਰ ਹੈ। ਕਿਤੇ ਪਿੱਠ ਪਿੱਛੇ ਗੱਲ ਨਹੀਂ ਕੀਤੀ, ਜਦੋਂ ਵੀ ਕੀਤੀ ਮੂੰਹ 'ਤੇ ਕੀਤੀ। ਕਦੇ ਕਿਸੇ ਦੇ ਧਰਮ ਨੂੰ ਨਿੰਦਿਆ ਨਹੀਂ, ਧਰਮ ਵਿੱਚੋਂ ਪਖੰਡ ਨੂੰ ਨਿੰਦਿਆ, ਧਰਮ ਨਹੀਂ ਨਿੰਦਿਆ ਕਿਸੇ ਦਾ, ਮਜ਼ਹਬ ਨਹੀਂ ਨਿੰਦਿਆ। ਪੂਰੀ ਦੁਨੀਆ ਨੂੰ ਇੱਕ ਸੂਤਰ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਸਤਿਗੁਰੂ ਨੇ। ਕੋਸ਼ਿਸ਼ ਨਹੀਂ, ਪਰੋ ਦਿੱਤਾ, ਪਰ ਕਿਸੇ ਦੇ ਮਜ਼ਹਬ ਨੂੰ ਨਹੀਂ ਨਿੰਦਿਆ, ਮਜ਼ਹਬ ਵਿੱਚ ਆਈਆਂ ਹੋਈਆਂ ਕਮੀਆਂ ਨੂੰ ਨਿੰਦਿਆ, ਜਿਹੜੀਆਂ ਕਮੀਆਂ ਕਰਕੇ ਲੋਕ ਦੁਖੀ ਹੁੰਦੇ ਸੀ, ਉਹਨੂੰ ਨਿੰਦਿਆ। ਅੱਜ ਵੀ ਗੁਰੂ ਦੇ ਉਹੀ ਬੋਲ ਨੇ, ਗੁਰੂ ਦੀ ਉਹੀ ਬਾਣੀ ਹੈ, ਗੁਰੂ ਦੀ ਉਹੀ ਸਿੱਖਿਆ ਹੈ। ਅੱਜ ਵੀ ਸਾਡਾ ਗੁਰੂ ਪਖੰਡ ਨੂੰ ਨਿੰਦਦਾ, ਅੱਜ ਵੀ ਸਾਡਾ ਗੁਰੂ ਕਹਿੰਦਾ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਉਦੋਂ ਉਹਨਾਂ ਨੂੰ ਕਿਹਾ, ਜਿਹੜੇ ਆਪਣੇ ਦੇਵੀ ਦੇਵਤਿਆਂ ਨੂੰ ਮੰਨਦੇ ਹੋ, ਜੇ ਪੱਕੇ ਹੀ ਮੰਨਦੇ ਹੋ ਤਾਂ ਪਰਾਇਆ ਹੱਕ ਖਾਣਾ ਛੱਡੋ। ਅੱਜ ਵੀ ਸੁਨੇਹਾ ਇਹੀ ਹੈ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ। ਜਿਵੇਂ ਮੁਸਲਮਾਨ ਵੀਰ ਸੂਰ ਦਾ ਨਾਂ ਲੈਣਾ ਮਾੜਾ ਮੰਨਦੇ ਆ, ਹਿੰਦੂ ਗਾਂ ਦਾ, ਪਰ ਸਾਡੇ ਬਾਬੇ ਨੇ ਇਹ ਨਹੀਂ ਮੰਨਿਆ ਵੀ ਉਹ ਧਰਮੀ ਚੀਜ਼ਾਂ ਨੇ ਕੋਈ ਨਾ। ਸਿਰਫ ਇੱਕ ਉਦਾਹਰਨ ਲਈ ਹੈ ਉਹਨਾਂ ਦੇ, ਉਹ ਹਾਲਾਤਾਂ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਇਆ। ਗਾਂ ਨੂੰ ਮੰਨਿਆ ਨਹੀਂ, ਸੂਰ ਨੂੰ ਮੰਨਿਆ ਨਹੀਂ, ਇਹ ਉਹਨਾਂ ਦਾ ਮੰਨਣਾ ਹੈ ਲੋਕਾਂ ਦਾ, ਉਹ ਉਹਨਾਂ ਨੂੰ ਮੁਬਾਰਕ ਹੈ। ਪਰ ਸਾਡੇ ਲਈ ਇਹ ਨਹੀਂ। ਸਾਡੀਆਂ ਤੇ ਅਰਦਾਸਾਂ ਵਿੱਚ ਵੀ ਇਹ ਗੱਲ ਆ ਕਿ ਗਊ ਗਰੀਬ ਦੀ ਰੱਖਿਆ ਕਰਨੀ। ਉਹ ਭਾਈ ਗਰੀਬ ਦੀ ਰੱਖਿਆ, ਗਊ ਦੀ ਨਹੀਂ। ਇਹ ਸਾਡੀ ਅਰਦਾਸ ਦੇ ਬੋਲ ਨਹੀਂ, ਸਾਡੀ ਅਰਦਾਸਾਂ ਦੇ ਇਹ ਬੋਲ ਨਹੀਂ ਹਨ। ਗਊ ਗਰੀਬ ਦੀ ਰੱਖਿਆ, ਗਰੀਬ ਨੂੰ ਤੇ ਗਊ ਕਿਹਾ ਜਾ ਸਕਦਾ, ਪਰ ਗਊ ਦੀ ਰੱਖਿਆ ਇੱਕ ਸ਼ਬਦ ਅਲੱਗ ਬਣ ਗਿਆ, ਜਿਹੜਾ ਸਾਡੇ ਉੱਪਰ ਇਸ ਤਰੀਕੇ ਨਾਲ ਥੋਪਿਆ ਜਾਂਦਾ। ਇਹ ਹੋਰ ਜਗ੍ਹਾ ਤੋਂ ਨਿਕਲੇ ਹੋਏ ਸ਼ਬਦ ਨੇ, ਸਾਡੀਆਂ ਅਰਦਾਸਾਂ ਦੇ ਸ਼ਬਦ ਨੇ। ਜਾਨਵਰਾਂ ਦੀ ਸੰਭਾਲ, ਪਸ਼ੂਆਂ ਦੀ ਸੰਭਾਲ ਕਰਨੀ, ਉਹ ਇੱਕ ਵੱਖਰਾ ਮੈਟਰ ਹੈ। ਅਸੀਂ ਆਪਣੇ ਘਰ ਵਿੱਚ ਦੁੱਧ ਪੀਣ ਲਈ ਰੱਖਦੇ ਹਾਂ, ਉਹ ਇੱਕ ਵੱਖਰਾ ਮੈਟਰ ਹੈ। ਪਰ ਗਰੀਬ ਦੀ ਰੱਖਿਆ ਮੇਰੇ ਗੁਰੂ ਨੇ ਕੀਤੀ ਹੈ, ਗਊ ਦੀ ਨਹੀਂ ਕੀਤੀ। ਉਹਨੂੰ ਆਖਿਆ ਚਾਰ ਪਾਉ ਦੋਏ ਸਿੰਘ ਗੁੰਗ ਮੁਖ, ਇਹ ਕਿਹਾ। ਤੈਨੂੰ ਸਮਝਾਉਣ ਵਾਸਤੇ ਉਦਾਹਰਨਾਂ ਤੇ ਬਹੁਤ ਲਈਆਂ ਨੇ, ਪਰ ਇਹ ਨਹੀਂ ਵੀ ਸਾਡੀ ਅਰਦਾਸ ਦਾ ਬੋਲ ਹੋਵੇ ਨਾ।
हक पराया नानका उस सुअर उस गाए। कहा भी पराया हक नहीं खाना तैं। हिंदू ਲਈ ਗਾਂ बरोबर, मुसलमान ਲਈ सूर बरोबर। गुरपीर हम आ तां भरै जां मुरदार ना खाए। तेरी हम ही तां भरूगा जिदने गंद खाना छड्ड देवेंगा, जिदने रिश्वत छड्ड देवेंगा, किसी ਨੂੰ तंग करना छड्ड देवेंगा तू। अज किसानी दे हक्कां ते डाका पैण लग्या। अज वो जिन्हों अन्न देवता आख्या जाता, अन्न का देवता, अज वो किरती जिन्हें देश का ढिड भरिया, अज उहदियां जमीनां ते डाका पैंदा है। वो डाका किहदा है? वो हंकार की पंड वालियां दा, वो कारपोरेट घराणियां दा डाका है। गुरमुखो, जे ये डाका वज गया, 10 रुपए वाली 100 रुपए की मिलिया करू चीज़, बड़ा औखा हो जाऊगा रहना। ये डाका बड़ा खतरनाक है। इसे करके पंजाब की ये धरती तो जिथों बाबे नानक ने इस दुनिया नूं इकट्ठियां करन दा सुनेहा दिता सी, अज बाबे नानक की कला वरती है उस दिल्ली की धरती ते जिथे मनुखता के हकों की राखी करदिआं गुरु तेग बहादुर महाराज जी ने अपनी शहादत दी। भाई मती दास, भाई सती दास वर्गिया ने शहादतां दित्तियां। अज उस धरती ते इसे पंजाब दे लोग साडे वो वीर भरा अज उस धरती ते खड़े ने मनुखी हकों की राखी करन दे लई। ये साडा हक है, ये साडा अधिकार है। असी अपने हक लिए लड़ते हैं। असी अतवादी नहीं, असी वखवादी नहीं, असी अपना हक लैन आया। पर अखबारों में खबरां अजे भी अतवादी वखवादी दियां लगदियां ने। ये साडे लोकल लीडर भी ला रहे हैं। मैं एक फोटो देखी फेसबुक के उपर, एक माँ, एक प्यो, एक उहदा छोटा जिहा बच्चा, वो भी धरने ते बैठे है। ये फोटोआं कदे मोदी प्रधानमंत्री के अखां मूहरे आउण, ये नरेंद्र तोमर दीआं अखां मूहरे आउण, ये साडे कैप्टन दीआं अखां मूहरे आउण, ये इन्हां दीआं अखां मूहरे आउण, किते इन्हां नूं पता लगे भी आ निक्का जिहा बच्चा अतवादी हो सकदा। किसी माँ की गोद का फुल जिन्हें अजे देखिया कुछ नहीं, ये अतवादी हो सकता, ये वखवादी हो सकता। इनू तो हजे ये भी नहीं पता सी इत्थे बैठे क्यों आ, इनू तो ये भी नहीं पता ये क्यों ये भावनावां भड़काईयां जांदियां ने, क्यों इदां दे विचार दिते जांदे ने। वो साडा सिद्धांत बड़ा निरोल है, ये निर्मल है। बाबे नानक की बाणी ये जोड़दी है, दुनिया नूं तोड़दी नहीं। ये पखंडी लोग इस सिद्धांत नूं दबण वास्ते इदां दा कुछ करते हैं। ये जगाउंदी है बाणी, इस दीवे नूं बुझाउण वास्ते इदां दा कुछ हो रहा है, पर बुझण वाला नहीं। ये तो होर चानण वंडेगा। मनु साडी दातरी असी मनु दे सोए, ज्यों ज्यों सानू वढदा असी दून सवाए। घटना थोड़ा है, ये तो तिखा होएगा हथियार, घटना नहीं। अज साडे हक्कां ते डाका, सानू इकट्ठे होण दी लोड़ है, सानू सबर की लोड़ है, सानू संतोख की लोड़। सानू दिता ही संतोख महाराज ने, हर गल ते संतोख की उदाहरण दिती। थाल विच 3 वस्तु पईओ, 7 संतोख विचारो। अमृत नाम ठाकुर का पयो, जिसका सबस आधारो। किड्डी तकड़ी विचार सानू महाराज दिती है। सानू ज्ञान नाम दिता, नाल नाल जिथे संतोख दिता, जिथे सानू उच्चा करैक्टर दिता। थाल विच 3 वस्तु पईओ, 3 वस्तुआं, 7 संतोख विचार। अमृत नाम वाहिगुरु का वो अमृत रूपी नाम, ज्ञान ठाकुर का पयो, जिसका सबस आधारो, जिहदा सारी दुनिया नूं आधार है। जिहदा पूरी दुनिया नूं आधार है। एडी निर्मल विचार सानू बाबे नानक, जिथे खेती विचों भी सानू ये कहा, मन हाली
ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਨੀਵੇਂ ਰਹਿਣਾ, ਸੰਤੋਖੀ ਹੋ ਕੇ ਰਹਿਣਾ, ਭਾਵ ਹਉਮੈ ਹੰਕਾਰ ਨੂੰ ਛੱਡ ਕੇ ਰਹਿਣਾ। ਅੱਜ ਸਾਨੂੰ ਏਕੇ ਦੀ ਲੋੜ ਹੈ। ਇਹ ਸਾਰੀ ਬਾਣੀ ਸਾਨੂੰ ਡੈਮੋਕ੍ਰੇਸੀ ਸਿਖਾ ਰਹੀ ਹੈ। ਜਿੱਥੇ ਸਾਡਾ ਬਾਬਾ ਕਹਿੰਦਾ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਇੱਕ ਡੈਮੋਕ੍ਰੇਸੀ ਦੀ ਬਹੁਤ ਵੱਡੀ ਉਦਾਹਰਨ ਹੈ। ਊਚ ਨੀਚ ਤੋਂ ਬਾਹਰ ਆਉਣਾ, ਜਾਤ ਪਾਤ ਤੋਂ ਬਾਹਰ ਆਉਣਾ। ਤੇਰੇ ਨਾਲ ਸਾਂਝੀ ਰਲਿਆ ਹੋਇਆ ਕਿਤੇ 20 ਸਾਲਾਂ ਤੋਂ ਚੱਲਿਆ ਆਉਂਦਾ, ਕਿਤੇ ਆਪਾਂ ਉਹਨੂੰ ਸਰਦਾਰ ਕਹਿ ਕੇ ਵੇਖੀਏ, ਉਹਦੀਆਂ ਅੰਦਰ ਦੀਆਂ ਅਸੀਸਾਂ ਦੇਖੀਏ, ਅਤੇ ਸਾਨੂੰ 20 ਸਾਲਾਂ ਦਾ ਸਰਦਾਰ ਜੀ ਕਹਿ ਕੇ ਹੱਥ ਜੋੜ ਕੇ ਸਤਿਕਾਰ ਦਿੰਦਾ ਆਉਂਦਾ ਹੈ। ਕਿਤੇ ਇੱਕ ਦਿਨ ਤੂੰ ਉਹਨੂੰ ਸਰਦਾਰ ਕਹਿ ਕੇ ਵੇਖੇ, ਕਿਤੇ ਸਾਡੀ ਮਨਸ਼ਾ ਇੱਦਾਂ ਦੀ ਹੋਵੇ, ਉਹਨੂੰ ਵੀ ਸਰਦਾਰ ਕਹਾਉਣ ਦਾ ਹੱਕ ਹੈ। ਕਿਤੇ ਉਹਨੂੰ ਕਹਿ ਕੇ ਵੇਖ। ਅਸੀਂ ਵੱਟਾਂ ਢਾਈਏ ਕਿਸੇ ਤਰੀਕੇ ਨਾਲ ਜਿਹੜੀਆਂ ਪੈ ਗਈਆਂ ਸਾਡੇ ਅੰਦਰ। ਏਕੇ ਦੀ ਬੜੀ ਲੋੜ ਹੈ। ਸਾਨੂੰ ਵੰਡ ਕੇ ਅਸੀਂ ਇਕੱਲੇ ਹੀ ਨਹੀਂ ਵੰਡੇ ਗਏ, ਨਾਲ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦੇ ਵਿੱਚ 35 ਮਹਾਂਪੁਰਖ, ਉਹ ਪਾਕ ਰੂਹਾਂ ਦਾ ਰਿਸ਼ਤਾ ਵੀ ਵੰਡਿਆ ਜਾ ਰਿਹਾ ਨਾਲ। ਜਿਹੜਾ ਰਿਸ਼ਤਾ ਬਾਬੇ ਨਾਨਕ ਨੇ ਬਣਾਇਆ ਸੀ, ਇਕੱਠੇ ਕੀਤਾ ਸੀ। ਇਸ ਤਰ੍ਹਾਂ ਦੀਆਂ ਵਿਚਾਰਾਂ ਫੈਲਾ ਕੇ ਸਾਡੇ ਅੰਦਰ, ਇਸ ਤਰ੍ਹਾਂ ਦੇ ਸੰਵਿਧਾਨ ਬਣਾ ਕੇ, ਇਸ ਤਰ੍ਹਾਂ ਦੇ ਲਾਲਚ ਦੇ ਕੇ ਸਾਡੇ ਵਿੱਚੋਂ ਸਾਡੀ ਨਿਰੋਲ ਗੁਰਬਾਣੀ ਦੀ ਵਿਚਾਰ ਸਿਧਾਂਤ ਜਿਹੜਾ ਸਾਨੂੰ ਇਕੱਠਿਆਂ ਕਰਦਾ ਸੀ, ਉਹਨੂੰ ਵੀ ਵੰਡਿਆ ਜਾ ਰਿਹਾ। ਇਹ ਇਕੱਲੇ ਲੋਕ ਨਹੀਂ ਵੰਡੇ ਜਾਂਦੇ, ਇੱਥੇ ਬਾਬੇ ਨਾਨਕ ਦਾ ਸਿਧਾਂਤ ਵੀ ਵੰਡਿਆ ਜਾਂਦਾ। ਉਹ ਪਾਕ ਰੂਹਾਂ ਦਾ ਰਿਸ਼ਤਾ ਵੀ ਵੰਡਿਆ ਜਾ ਰਿਹਾ, ਜਿਹਨੂੰ ਬਾਬੇ ਨਾਨਕ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਫਿਰ ਕੇ ਦੁੱਖ ਤਕਲੀਫ ਕੱਟ ਕੇ ਲਿਆ ਕੇ ਇਕੱਠਿਆਂ ਕੀਤਾ ਸੀ। ਇਹ ਤੇ ਉਹ ਵੀ ਵੰਡਿਆ ਜਾ ਰਿਹਾ ਇੱਥੇ। ਕਿਤੇ ਸਾਨੂੰ ਸਾਡੇ ਗੁਰੂ ਤੋਂ ਇਹ ਮੱਤ, ਕਿਤੇ ਇਹ ਸਾਨੂੰ ਸੇਧ ਮਿਲੇ। ਅਸੀਂ ਆਪਣੇ ਵਿਛੜੇ, ਸਾਤੋਂ ਦੂਰ ਹੋਏ ਉਹ ਭੈਣ ਭਰਾ, ਜਿਹਦੇ ਅਸੀਂ ਸਿਵੇ ਵੀ ਵੰਡ ਲੈ, ਜਿੱਥੇ ਅਸੀਂ ਗੁਰਦੁਆਰੇ ਵੀ ਵੰਡ ਲੈ, ਕਿਤੇ ਇਕੱਠੇ ਹੋ ਜਾਈਏ। ਕਿਤੇ ਭਗਤ ਰਵਿਦਾਸ ਮਹਾਰਾਜ ਜੀ ਵਿੱਚ ਬੈਠੇ ਸੋਚ ਲੈਣ ਵੀ ਸ਼ੁਕਰ ਹੈ ਦੇਰ ਆਈ ਦਰੁਸਤ ਆਈ, ਸ਼ੁਕਰ ਹੈ ਮੇਰੇ ਬੱਚੇ ਇਕੱਠੇ ਹੋ ਗਏ, ਮੇਰੇ ਭਰਾ ਇਕੱਠੇ ਹੋ ਗਏ। ਕਿਤੇ ਇਹ ਚੀਜ਼ ਉਹਨਾਂ ਦੇ ਖਿਆਲ ਵਿੱਚ ਆਵੇ। ਕਿੰਨਾ ਸਕੂਨ ਆਏਗਾ ਭਗਤ ਰਵਿਦਾਸ ਮਹਾਰਾਜ ਜੀ ਨੂੰ, ਕਿੰਨਾ ਸਕੂਨ ਆਏਗਾ ਭਗਤ ਪੀਪਾ ਜੀ ਵਰਗਿਆਂ ਨੂੰ, ਕਿੰਨਾ ਸਕੂਨ ਆਏਗਾ ਬਾਬੇ ਨਾਨਕ ਨੂੰ ਜਦ ਇਕੱਠੇ ਹੋਣਗੇ ਪੁੱਤ ਧੀ। ਮਾਪੇ ਖੁਸ਼ ਹੁੰਦੇ ਆ ਨਾ ਜਦ ਪੁੱਤਰ ਧੀ ਇਕੱਠੇ ਹੁੰਦੇ ਆ, ਖੁਸ਼ ਹੁੰਦੇ ਆ ਮਾਪੇ। ਸ਼ੁਕਰ ਹੈ ਮੇਰੇ ਦੋਏ ਪੁੱਤ ਨੂੰਹਾਂ ਤੇ ਪਰਿਵਾਰ ਇਕੱਠਾ ਬੈਠਾ। ਸਾਡਾ ਗੁਰੂ ਨਹੀਂ ਖੁਸ਼ ਹੋਏਗਾ, ਭਗਤ ਰਵਿਦਾਸ ਨਹੀਂ ਖੁਸ਼ ਹੋਏਗਾ, ਕਿਤੇ ਭਗਤ ਨਾਮਦੇਵ ਜੀ ਨਹੀਂ ਖੁਸ਼ ਹੋਣਗੇ। ਖੁਸ਼ ਹੋਣਗੇ ਪਰ ਅਸੀਂ ਇਕੱਠੇ ਹੋਈਏ, ਹਉਮੈ ਹੰਕਾਰ ਛੱਡੀਏ, ਅਸੀਂ ਛੱਡ ਕੇ ਸ਼ਬਦ ਗੁਰੂ ਦੇ ਲੜ ਲੱਗੀਏ। ਇਹ ਇੱਕ ਐਸੀ ਵਿਚਾਰ ਹੈ, ਸ਼ਬਦ ਇੱਕ ਐਸੀ ਵਿਚਾਰ ਹੈ ਜਿਹੜੀ ਸਾਡੇ ਅੰਦਰ ਚੇਤਨਤਾ ਪੈਦਾ ਕਰਦੀ ਹੈ। ਵੱਡੀਆਂ ਵੱਡੀਆਂ ਲਹਿਰਾਂ ਖੜੀਆਂ ਹੁੰਦੀਆਂ ਨੇ, ਕਾਹਦੇ ਸਿਰ 'ਤੇ ਹੁੰਦੀਆਂ ਨੇ? ਸ਼ਬਦ ਸਿਰ 'ਤੇ ਹੁੰਦੀਆਂ ਨੇ। ਕਿਤੇ ਲਿਖ ਕੇ ਵੰਡਿਆ ਜਾਂਦਾ ਸ਼ਬਦ, ਕਿਤੇ ਬੋਲ ਕੇ ਵੰਡਿਆ ਜਾਂਦਾ, ਲਹਿਰਾਂ ਖੜੀਆਂ ਕਰ ਦਿੰਦਾ ਸ਼ਬਦ। ਇਹ ਸ਼ਬਦ ਬਾਬੇ ਨਾਨਕ ਨੇ ਤਾਂ ਦਿੱਤਾ, ਸੁੱਤੇ ਹੋਏ ਮਨ ਦੇ ਅੰਦਰ ਜਦ ਸ਼ਬਦ ਜਾਏਗਾ, ਅੰਦਰ ਲਹਿਰ ਪੈਦਾ ਕਰੇਗਾ। ਇਸੇ ਕਰਕੇ ਆਖਿਆ ਸੀ ਨਾ, ਜਾਗ ਲਿਹੋ ਰੇ ਮਨ, ਜਾਗ ਲਿਹੋ ਕਹਾਂ ਗਾਫਿਲ ਸੋਇਆ, ਜੋ ਤਨ ਉਪਜਿਓ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਚੇਤਾ ਰੱਖੀ, ਕਾਹਦਾ ਮਾਣ ਕਰਦਾ ਹੈ? ਤੇਰਾ ਸਰੀਰ ਤੇਰੇ ਨਾਲ ਪੈਦਾ ਹੋਇਆ, ਇਹ ਵੀ ਤੇਰੇ ਨਾਲ ਨਹੀਂ ਜਾਣਾ। ਤੂੰ ਜਾਗ, ਗਫਲਤ ਦੀ ਨੀਂਦ 'ਚੋਂ ਬਾਹਰ ਆ, ਜਾਤ ਪਾਤ ਤੋਂ ਉੱਚਾ ਉੱਠ। ਉਹਨਾਂ ਵੀਰਾਂ ਨੂੰ ਵੀ ਸਤਿਕਾਰ ਦੇ, ਕਿਉਂਕਿ ਉਹ ਵੀ ਇਨਸਾਨ ਨੇ, ਉਹਨਾਂ ਅੰਦਰ ਵੀ ਇਨਸਾਨੀਅਤ ਹੈ, ਉਹਨਾਂ ਅੰਦਰ ਵੀ ਰੱਬ ਵਸਦਾ। ਸਾਡੇ ਬੱਚਿਆਂ ਨੂੰ ਇਹ ਸਿੱਖਿਆ ਦਈਏ ਅਸੀਂ, ਤਾਂ ਕਿ ਨਫ਼ਰਤ ਦੇ ਪਾੜੇ ਘਟ ਜਾਣ। ਅੱਜ ਸਾਡਾ ਬੱਚਾ ਇਹ ਚਾਹੁੰਦਾ ਵੀ ਗਰੀਬ ਬੰਦਾ ਮੈਨੂੰ ਸਰਦਾਰ ਜੀ ਕਹਿ ਕੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਵੇ, ਚਾਹੇ ਉਹ ਤੋਂ 20 ਸਾਲ ਵੱਡਾ ਕਿਉਂ ਨਾ ਹੋਵੇ। ਨਹੀਂ, ਇੱਥੇ ਸਾਡੇ ਫਰਜ਼ ਨਹੀਂ ਬਣਦੇ। ਜੇ ਤੇਰੇ ਪਿਓ ਨਾਲ ਸਾਂਝੀ ਰਿਹਾ ਨਾ, ਤਾਂ ਤੂੰ ਇਹ ਨਾ ਸਮਝ ਵੀ ਉਹ ਮੈਨੂੰ ਕਹੇ ਸਰਦਾਰ ਜੀ। ਨਹੀਂ, ਤੂੰ ਚਾਚਾ ਤਾਇਆ ਕਹਿ ਕੇ ਸਤਿ ਸ੍ਰੀ ਅਕਾਲ ਬੁਲਾ ਦੇ, ਕੀ ਘਟ ਜੇਗਾ?
ਉਹਨੂੰ ਵੀ ਮਾਣ ਹੋ ਜਾਏਗਾ ਵੀ ਇੰਨੇ ਸਮੇਂ ਦਾ ਮੈਂ ਇੱਥੇ ਕੰਮ ਕਰਦਾ ਸੀ ਇਸ ਘਰ ਦੇ ਵਿੱਚ। ਇਹ ਗੁਣ ਸਾਡੇ ਅੰਦਰ ਲੈ ਕੇ ਆਓ। ਗੁਣ ਇਕੱਠਾ ਕਰਦਾ ਔਗਣ ਤੋੜਦਾ ਪਿਆਰਿਓ। ਜਿੰਨੇ ਗੁਣ ਇਕੱਠੇ ਹੋਣਗੇ ਅਸੀਂ ਜੁੜਾਂਗੇ, ਔਗਣ ਸਾਨੂੰ ਪਾੜਨਗੇ, ਔਗਣ ਸਾਨੂੰ ਤੋੜਨਗੇ। ਸੋ ਹਾਲਾਤ ਨੇ ਜਿਹੜੇ ਜੋ ਇਸ ਸਾਡੇ ਦੇਸ਼ ਦੇ ਅੰਦਰ ਬਣ ਚੁੱਕੇ ਨੇ। ਇੱਥੇ ਨਫ਼ਰਤ ਦੀ ਰਾਜਨੀਤੀ ਹੈ। ਆਪਣੇ ਹੱਕਾਂ ਲਈ ਆਪਾਂ ਇਕੱਠੇ ਹੋਣਾ, ਕਿਉਂਕਿ ਇਹ ਕਿਸਾਨ ਮਜ਼ਦੂਰ ਹਰ ਵਰਗ ਦਾ ਇੱਕ ਬਹੁਤ ਵੱਡਾ ਜੰਗ ਹੈ, ਜਿਹੜਾ ਕੇਂਦਰ ਸਰਕਾਰ ਨਾਲ ਇੱਕ ਯੁੱਧ ਹੈ ਵਿਚਾਰਾਂ ਦਾ, ਜਿਹੜਾ ਸੈਂਟਰ ਗੌਰਮੈਂਟ ਨਾਲ ਚੱਲ ਰਿਹਾ। ਇਹ ਇਕੱਲਾ ਕਿਸਾਨਾਂ ਦਾ ਨਹੀਂ, ਮਜ਼ਦੂਰਾਂ ਦਾ, ਕਿਰਤੀਆਂ ਦਾ, ਹਰ ਇੱਕ ਵਰਗ ਦਾ ਇੱਕ ਬਹੁਤ ਵੱਡਾ ਸੰਘਰਸ਼ ਆ। ਆਪਾਂ ਇਹਦੇ ਪਾਰਟ ਬਣੀਏ, ਇਕੱਠੇ ਹੋਵਾਂਗੇ ਤਾਂ ਇਹ ਯੁੱਧ ਸਾਡੇ ਲਈ ਜਿੱਤਣੇ ਕੋਈ ਵੱਡੀ ਗੱਲ ਨਹੀਂ। ਬਹੁਤ ਹੱਦ ਤੱਕ ਮੋੜ ਆ ਚੁੱਕਿਆ। ਕੁਝ ਸਮਾਂ ਹੋਰ ਇਹ ਸੰਘਰਸ਼ ਚੱਲ ਸਕਦਾ। ਕਿਸੇ ਦੇ ਅੜੀਅਲ ਰਵੱਈਏ ਨੂੰ ਭੰਨਣ ਵਾਸਤੇ ਇਹ ਹੋਰ ਚੱਲ ਸਕਦਾ। ਇਹਦੇ ਵਿੱਚ ਆਪਾਂ ਨੇ ਇਕੱਠਿਆਂ ਹੋ ਕੇ ਸਾਰਿਆਂ ਨੇ ਸਹਿਯੋਗ ਦੇਣਾ। ਬੱਚਾ ਬੱਚਾ ਅੱਜ ਝੋਕ ਦਈਏ ਇਸ ਸੰਘਰਸ਼ ਦੇ ਲਈ। ਆਪਾਂ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਇਹ ਸੇਵਾ, ਇਹ ਸਮੇਂ, ਇਹ ਵਿਰਲਿਆਂ ਦੇ ਭਾਗਾਂ ਵਿੱਚ ਆਉਂਦੇ ਨੇ। ਗੁਰ ਜੈਸਾ ਨਾਹੀ ਕੋ ਦੇਵ, ਸਾਡੇ ਗੁਰੂ ਵਰਗਾ ਗੁਰੂ ਨਹੀਂ ਕੋਈ, ਜਿਹਨੇ ਸਾਰੇ ਸਰਬੰਸ ਵਾਰ ਦਿੱਤਾ। ਜਿਸ ਮਸਤਕ ਭਾਗ ਸੋ ਲਾਗਾ ਸੇਵ। ਚੰਗੇ ਭਾਗ ਹੋਣਗੇ ਜਿਹੜਾ ਸੇਵਾ ਵਿੱਚ ਲੱਗੇਗਾ। ਬੱਚਾ ਬੱਚਾ ਝੋਕ ਦੇਣਾ। ਹੁਣ ਜਾਵਾਂਗੇ, ਆਪਣੇ ਹੱਕਾਂ ਲਈ ਜਾਣਾ। ਸਾਡੀਆਂ ਭੈਣਾਂ ਬੈਠੀਆਂ ਉੱਥੇ, ਜਾ ਕੇ ਪਤਾ ਲੱਗਦਾ। ਮੈਂ ਤਾਂ ਇੱਕ ਵਾਰ ਹੀ ਜਾ ਕੇ ਆਇਆ, ਲਗਾਤਾਰ ਕਈ ਪ੍ਰੋਗਰਾਮ ਸੀ ਜਿਹਦੇ ਕਰਕੇ ਜਾ ਨਹੀਂ ਸਕਿਆ। ਆ ਹੁਣ ਹਾਜ਼ਰੀ ਭਰਾਂਗੇ ਜਾ ਕੇ। ਸਾਡੇ ਫਰਜ਼ ਬਣਦੇ ਆ, ਸਾਡੀ ਡਿਊਟੀ ਹੈ। ਅਸੀਂ ਆਪਣੇ ਹੱਕਾਂ ਲਈ ਜਾਣਾ, ਅਸੀਂ ਕਿਸੇ ਲਈ ਨਹੀਂ ਜਾਣਾ। ਜੇ ਅਸੀਂ ਹੁਣ ਨਹੀਂ ਜਾਵਾਂਗੇ, ਸਾਡੇ ਬੱਚਿਆਂ ਦਾ ਫਿਊਚਰ ਹੈ, ਅਸੀਂ ਉਹ ਵੇਖਣਾ। ਇਹੋ ਜਿਹੇ ਬੰਦੇ, ਹੰਕਾਰੀ ਬੰਦੇ, ਜ਼ਾਲਮ ਬੰਦੇ, ਜਿਨ੍ਹਾਂ ਨੇ ਇੰਨੇ ਲੋਕ ਮਰਵਾ ਦਿੱਤੇ। ਗੁਜਰਾਤ ਵਿੱਚ ਕਿੰਨੇ ਲੋਕ ਮਰਵਾਏ ਇਹਨਾਂ ਨੇ। ਇਹੋ ਜਿਹੇ ਬੰਦਿਆਂ ਨੂੰ ਜੇ ਸਭ ਕੁਝ ਸਿਖਾਉਣਾ ਤਾਂ ਏਕੇ ਨਾਲ ਸਿਖਾਇਆ ਜਾ ਸਕਦਾ। ਇਹ ਬਾਬਰ ਤੋਂ ਜਾਵਰ ਨਹੀਂ ਹੋ ਸਕਦਾ। ਜਿਹਨੂੰ ਸਾਡੇ ਬਾਪੂ ਨੇ ਸਾਹਮਣੇ ਖੜ੍ਹ ਕੇ ਜਾਵਰ ਆਖਿਆ, ਉਹ ਤੋਂ ਵੱਡਾ ਨਹੀਂ ਹੋ ਸਕਦਾ। ਇਸ ਲਈ ਜਿੱਥੇ ਇਹ ਡਰਾਮੇ ਕਰਦਾ, ਬਾਬੇ ਨਾਨਕ ਦੀਆਂ ਬਾਣੀ ਦੀਆਂ ਤੁਕਾਂ ਦੀ ਵਰਤੋਂ ਕਰਦਾ, ਉਹਨਾਂ ਚਿਰ ਨਹੀਂ ਮੰਨਾਂਗੇ ਜਿੰਨਾ ਚਿਰ ਹੇਠਾਂ ਨਹੀਂ ਉਤਰਦਾ ਤਖਤ ਤੋਂ। ਜਿੰਨਾ ਚਿਰ ਬਹਿ ਕੇ ਗੱਲ ਨਹੀਂ ਕਰਦਾ, ਉਹਨਾਂ ਚਿਰ ਸਾਨੂੰ ਇਹ ਡਰਾਵੇ ਸਾਡੇ ਲਈ ਡਰਾਮਾ ਹੈ। ਜਦੋਂ ਸਾਡੀ ਗੱਲ ਸੁਣੇਗਾ ਨਾ, ਧੀਆਂ ਪੁੱਤਰਾਂ ਵਾਂਗ, ਸਾਡੇ ਬੱਚਿਆਂ ਦੀ ਉੱਥੇ, ਸਾਡੇ ਵਰਗਿਆਂ ਦੀ ਉੱਥੇ, ਬਜ਼ੁਰਗਾਂ ਦੀ ਉੱਥੇ, ਸਾਡੀਆਂ ਮਾਵਾਂ ਦੀ ਗੱਲ ਸੁਣੇਗਾ, ਫਿਰ ਸਾਨੂੰ ਅਹਿਸਾਸ ਹੋਏਗਾ ਵੀ ਹਾਂ, ਇਹਨੇ ਬਾਬੇ ਨਾਨਕ ਦਾ ਪੈਰੋਕਾਰ ਬਣ ਗਿਆ ਹੈ। ਇਸ ਲਈ ਬਹੁਤ ਜ਼ਰੂਰੀ ਹੈ ਇਸ ਸੰਘਰਸ਼ ਦਾ। ਜਿੱਦਾਂ ਹੁਣ 2-3 ਦਿਨਾਂ ਤੋਂ ਆਪਾਂ ਨੇ ਧਨ ਕਰਕੇ ਸਾਥ ਦਿੱਤਾ, ਮਨ ਕਰਕੇ ਸਾਥ ਦਿੱਤਾ, ਤਨ ਕਰਕੇ ਵੀ ਸਾਥ ਦੇਣਾ। ਜਦੋਂ ਜਦੋਂ ਜਾਣ ਦੀ ਲੋੜ ਪੈਂਦੀ ਹੈ, ਆਪਣੇ ਨਾਮ ਲਿਖਾਇਆ ਕਰੀਏ ਅਤੇ ਇਸ ਸੰਘਰਸ਼ ਦਾ ਆਪਾਂ ਹਿੱਸਾ ਬਣੀਏ। ਸਾਰੇ ਪਾਸਿਆਂ ਤੋਂ ਲੱਗਾਂਗੇ। ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ, ਮਿਹਰ ਕਰਨਗੇ, ਆਪਾਂ ਨੂੰ ਫਤਿਹ ਹਾਸਲ ਹੋਏਗੀ। ਸੂਰਾ ਸੋ ਪਹਿਚਾਨਿਆ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਹਾਜ਼ਰੀਆਂ ਭਰਨੀਆਂ ਨੇ। ਸ਼ਬਦ ਗੁਰੂ ਨੂੰ ਕਦੇ ਨਹੀਂ ਭੁਲਾਉਣਾ। ਗੁਰੂ ਦਾ ਉਪਦੇਸ਼ ਨਾਲ ਲੈ ਕੇ ਜਾਣਾ। ਸਿੱਖਾ, ਚਾਹੇ ਸੰਘਰਸ਼ ਵਿੱਚ ਬੈਠਾ, ਜਪਜੀ ਤੇਰੇ ਨਾਲ ਹੋਵੇ, ਰਹਿਰਾਸ ਤੇਰੇ ਨਾਲ ਹੋਵੇ, ਨਿਤਨੇਮ ਤੇਰੇ ਨਾਲ ਹੋਵੇ, ਦੁਨੀਆ ਦੀ ਤਾਕਤ ਨਹੀਂ ਕੋਈ ਡੁਲਾ ਦੇਵੇਗੀ। ਹੁਣ ਤਾਂ ਦਿਨ ਹੀ ਸਾਡੇ ਚੜ੍ਹਦੀ ਕਲਾ ਵਾਲੇ ਆ ਗਏ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਦਿਨ ਆ ਗਏ। ਅੱਜ ਤਾਂ ਸਾਡਾ ਖੂਨ ਵੈਸੇ ਹੀ, ਖੂਨ ਵਿੱਚ ਸਾਡੇ ਉਹ ਜਜ਼ਬਾ, ਉਹ ਖਿਆਲ ਸਾਡੇ ਅੰਦਰ ਪੈਦਾ ਹੋ ਜਾਣੇ ਆ, ਜਿਹੜੇ ਐਡੀਆਂ ਐਡੀਆਂ ਤਾਕਤਾਂ ਨਾਲ ਮੱਥਾ ਲਾਉਣ ਲਈ ਸਾਨੂੰ ਮਜ਼ਬੂਤੀ ਦੇਣਗੇ, ਸਾਨੂੰ ਦਲੇਰੀ ਦੇਣਗੇ। ਸਾਡੇ ਬਾਬੇ ਨਿੱਕੀਆਂ ਨਿੱਕੀਆਂ ਜਿੰਦਾਂ, ਕੋਈ ਸਰਹੰਦ ਬੋਲੇਗਾ, ਕੋਈ ਚਮਕੌਰ ਦੀ ਗੜੀ 'ਚੋਂ ਬੋਲੇਗਾ। ਜਦ ਦਿੱਲੀ ਜਾਵਾਂਗੇ, ਉੱਥੇ ਸਾਡਾ ਦਾਦਾ ਬੋਲੇਗਾ, ਗੁਰੂ ਤੇਗ ਬਹਾਦਰ। ਉੱਥੇ ਭਾਈ ਮਤੀ ਦਾਸ, ਭਾਈ ਸਤੀ ਦਾਸ ਸਾਨੂੰ ਜੱਫੀਆਂ ਪਾਉਣਗੇ ਗਿਆਨ ਵੀ ਆ ਜਾਓ।
ਅਸੀਂ ਬੈਠੇ ਆ ਇੱਥੇ, ਉੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਬੈਠੇ ਹੋਣਗੇ। ਚਾਹੋ ਹੋਈਏ ਇਕੱਠੇ ਆਪਾਂ। ਅੱਜ ਤੇ ਉਹ ਦਿਨ ਆ ਗਿਆ। ਇਹ ਯਾਦ ਨੂੰ ਨਾਲ ਰੱਖਿਓ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਾਡੇ ਨਾਲ ਨੇ। ਬੰਦ ਕੱਟੇ ਹੋਏ ਉਹਨਾਂ ਸਿੰਘਾਂ, ਉਹਨਾਂ ਸੂਰਮਿਆਂ ਦੀਆਂ ਯਾਦਾਂ ਸਾਡੇ ਨਾਲ ਨੇ। ਸਾਡੇ ਬਾਪੂ ਦਾ ਸ਼ਬਦ, ਗੁਰੂ ਦਾ ਸਿਧਾਂਤ ਸਾਡੇ ਨਾਲ ਹੈ। ਕੌਮ ਡੋਲ ਹੀ ਨਹੀਂ ਸਕਦੀ। ਅਸੀਂ ਹਿੰਮਤ ਕਰੀਏ, ਬਸ ਇਸ ਸ਼ਬਦ ਨੂੰ ਆਪਣੇ ਹਿਰਦੇ 'ਚ ਲੈ ਕੇ ਆਈਏ, ਸਾਰੇ ਰਸਤੇ ਪੱਧਰੇ ਹੋ ਜਾਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਮੁਖੋ, ਜਿਹੜੀਆਂ ਸੰਗਤਾਂ ਨੇ ਅੱਜ ਜਾਣਾ ਹੈ ਆਪਣੇ ਨਗਰ ਦੇ ਵਿੱਚੋਂ, ਉਹਨਾਂ ਨੂੰ ਬੇਨਤੀ ਹੈ ਵੀ ਸਮਾਂ ਹੋ ਗਿਆ, ਸਮੇਂ ਸਿਰ ਚੱਲੋਗੇ ਅਤੇ ਉੱਥੇ ਸਮੇਂ ਸਿਰ ਪਹੁੰਚ ਜਾਵੋਗੇ। ਸੋ ਬੇਨਤੀ ਹੈ ਉਹਨਾਂ ਵੀਰਾਂ ਨੂੰ, ਸਤਿਗੁਰੂ ਦੇ ਚਰਨਾਂ ਵਿੱਚ ਆਓ, ਅਰਦਾਸਾਂ ਬੇਨਤੀਆਂ ਕਰਕੇ, ਤਾਂ ਕਿ ਸਮੇਂ ਸਿਰ ਜਿਹੜੀ ਸੰਗਤ ਹੈ ਇੱਥੋਂ ਤੁਰ ਪਵੇ। ਸੋ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਦਿੱਲੀ ਨੂੰ ਉਸ ਸੰਘਰਸ਼ ਦੇ ਵਿੱਚ ਅੱਜ ਪਹੁੰਚਣਾ ਹੈ। ਸਮਾਂ ਹੋ ਗਿਆ, ਸੋ ਜਲਦੀ ਗੁਰੂ ਘਰ ਪਹੁੰਚੋ ਤਾਂ ਕਿ ਅਰਦਾਸ ਬੇਨਤੀ ਕਰਕੇ ਇੱਥੋਂ ਸਮੇਂ ਸਿਰ ਤੁਰਿਆ ਜਾ ਸਕੇ। ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰਮੁਖ ਹੋ ਜਾਂਦੀਆਂ ਨੇ। ਸਮੁੱਚੀ ਸੰਗਤ ਬਖਸ਼ਣਯੋਗ ਹੈ, ਸਤਿਗੁਰੂ ਜੀ ਬਖਸ਼ਣਹਾਰ ਨੇ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਰਦਾਸ ਵਿੱਚ ਸ਼ਾਮਲ ਹੋਈਏ। ਤੂੰ ਠਾਕੁਰ ਤੁਮ